ਮਨੁੱਖ ਦੀ ਪਰਵਿਸ਼ ਸਾਰੀ ਉਮਰ ਉਸ ਦੇ ਨਾਲ ਰਹਿੰਦੀ ਹੈ। ਪਰਵਿਸ਼ ਜੀਵਨ ਦੇ ਹਰ ਮੋੜ ਤੇ ਕੰਮ ਆਉਂਦੀ ਹੈ। ਵਿਅਕਤੀ ਚਾਹੇ ਘਰ ਖੜਾ ਹੋਵੇ ਜਾਂ ਬਾਹਰ, ਪਰ ਉਸ ਦੀ ਪਰਵਿਸ਼ ਦਾ ਪਤਾ ਉਸ ਦੇ ਗੱਲ ਕਰਨ ਦੇ ਅੰਦਾਜ਼ ਤੋਂ ਲੱਗ ਹੀ ਜਾਂਦਾ ਹੈ, ਕਿਉਂਕਿ ਗੱਲ ਕਰਨ ਦਾ ਢੰਗ ਹੀ ਵਿਅਕਤੀ ਦੀ ਸ਼ਖਸੀਅਤ ਨੂੰ ਦਰਸਾਉਂਦਾ ਹੈ। ਮੇਰਾ ਨਾਮ ਅਨਾਮਿਕਾ ਹੈ। ਮੈਂ ਉਸ ਪਰਿਵਾਰ ਨਾਲ ਸੰਬੰਧਿਤ ਸੀ ਜਿੱਥੇ ਧੀਆਂ ਦਾ ਵਿਆਹ ਜਲਦੀ ਕਰ ਦਿੱਤਾ ਜਾਂਦਾ ਸੀ। ਮੇਰੇ ਪਿਤਾ ਜੀ ਦਾ ਆਪਣਾ ਕਾਰ ਸ਼ੋਰੂਮ ਸੀ। ਮੇਰੀ ਮਾਂ ਇੱਕ ਸਮਾਜ ਸੇਵੀ ਸੀ। ਘਰ ਵਿੱਚ ਮੈਨੂੰ ਪਾਲਣ ਲਈ ਮੇਰੀ ਇੱਕ ਭੂਆ ਸੀ ਜੋ ਮੇਰੇ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਸਾਡੇ ਨਾਲ ਹੀ ਰਹਿੰਦੀ ਸੀ। ਮੇਰੀ ਮਾਂ ਮੇਰੀ ਭੂਆ ਨਾਲ ਬਹੁਤ ਚੰਗਾ ਵਿਹਾਰ ਕਰਦੀ ਸੀ, ਪਰ ਭੂਆ ਹਰ ਵੇਲੇ ਉਸ ਨੂੰ ਚੰਗਾ ਮਾੜਾ ਕਹਿੰਦੀ ਰਹਿੰਦੀ ਸੀ ਤੇ ਜਦੋਂ ਵੀ ਪਿਤਾ ਜੀ ਘਰ ਆਉਂਦੇ ਤਾਂ ਭੂਆ ਉਹਨਾਂ ਨੂੰ ਮਾਂ ਬਾਰੇ ਸ਼ਿਕਾਇਤ ਕਰਦੇ। ਪਿਤਾ ਜੀ ਇੱਕ ਕੰਨ ਤੋਂ ਸੁਣਦੇ ਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦੇ ਅਤੇ ਕਈ ਵਾਰ ਮਾਂ ਨੂੰ ਲੜਨ ਵੀ ਲੱਗਦੇ। ਜਦੋਂ ਮਾਂ ਇਸ ਗੱਲ ਦੀ ਸ਼ਿਕਾਇਤ ਪਿਤਾ ਜੀ ਨੂੰ ਕਰਦੀ ਤਾਂ ਪਿਤਾ ਜੀ ਕਹਿੰਦੇ ਕਿ ਇੱਕ ਦਿਨ ਉਹ ਵਿਆਹ ਕਰਕੇ ਇਹ ਘਰ ਨੂੰ ਛੱਡ ਕੇ ਚਲੀ ਜਾਵੇਗੀ, ਬਸ ਕੁਝ ਸਮੇਂ ਲਈ ਚੁੱਪ ਰਹੋ। ਮੇਰੀ ਭੂਆ 40 ਸਾਲਾਂ ਦੀ ਸੀ ਜਦੋਂ ਇੱਕ ਵਾਰ ਤਲਾਕ ਹੋ ਗਿਆ ਤਾਂ ਦੁਬਾਰਾ ਉਸਨੇ ਵਿਆਹ ਨਹੀਂ ਕੀਤਾ। ਪਾਪਾ ਚਾਹੁੰਦੇ ਸਨ ਕਿ ਉਹ ਦੂਜੀ ਵਾਰ ਵਿਆਹ ਕਰਵਾ ਲਵੇ, ਪਰ ਭੂਆ ਦਾ ਵਿਆਹ ਕਿਧਰੇ ਵੀ ਨਹੀਂ ਹੋ ਰਿਹਾ ਸੀ। ਉਹ ਮੇਰੇ ਮੰਮੀ ਅਤੇ ਡੈਡੀ ਦੇ ਇਕੱਠੇ ਹੋਣ ਤੋਂ ਈਰਖਾ ਕਰਦੀ ਸੀ। ਭੂਆ ਹਮੇਸ਼ਾ ਪਿਤਾ ਜੀ ਨੂੰ ਸ਼ਿਕਾਇਤ ਕਰਦੀ ਸੀ ਕਿ ਤੁਸੀਂ ਹਰ ਵੇਲੇ ਜਾਂ ਤਾਂ ਆਪਣੀ ਪਤਨੀ ਨੂੰ ਸਮਾਂ ਦਿੰਦੇ ਹੋ ਜਾਂ ਆਪਣੇ ਕੰਮ ਨੂੰ। ਪਿਤਾ ਜੀ ਨੇ ਮੇਰੀ ਜ਼ਿੰਮੇਵਾਰੀ ਭੂਆ ਨੂੰ ਸੌਂਪ ਦਿੱਤੀ ਸੀ ਤਾਂ ਜੋ ਉਹਨਾਂ ਦਾ ਧਿਆਨ ਇਸ ਪਾਸੇ ਤੋਂ ਹਟਾਇਆ ਜਾ ਸਕੇ, ਪਰ ਭੂਆ ਨੇ ਇਸ ਗੱਲ ਨੂੰ ਵੀ ਮੁੱਦਾ ਬਣਾ ਲਿਆ ਸੀ। ਉਸ ਨੇ ਸਾਰੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਮੇਰੀ ਭਰਜਾਈ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਣ ਦੇ ਕਾਬਲ ਨਹੀਂ ਹੈ। ਇਸੇ ਲਈ ਮੇਰੇ ਭਰਾ ਨੇ ਮੇਰੀ ਭਤੀਜੀ ਦੀ ਜ਼ਿੰਮੇਵਾਰੀ ਮੇਰੇ ਸਿਰ ਪਾ ਦਿੱਤੀ ਹੈ। ਮੇਰੀ ਭਾਬੀ ਨੂੰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵੀ ਨਹੀਂ ਆਉਂਦਾ। ਭੂਆ ਨੇ ਮੈਨੂੰ ਇਸ ਤਰੀਕੇ ਨਾਲ ਪਾਲਿਆ ਕਿ ਉਸਨੇ ਮੈਨੂੰ ਮੇਰੀ ਮਾਂ ਦੇ ਖਿਲਾਫ ਭੜਕਾਇਆ। ਭੂਆ ਹਮੇਸ਼ਾ ਕਹਿੰਦੀ ਹੈ ਕਿ ਤੁਹਾਡੀ ਮਾਂ ਤੁਹਾਨੂੰ ਸਮਾਂ ਨਹੀਂ ਦਿੰਦੀ, ਜਦੋਂ ਕਿ ਬਾਕੀ ਦੁਨੀਆ ਦੀ ਦਿਖਾਵੇ ਲਈ ਮਦਦ ਕਰਦੀ ਰਹਿੰਦੀ ਹੈ। ਜਦੋਂ ਮੈਂ ਆਪਣੀ ਮਾਂ ਨੂੰ ਇਸ ਬਾਰੇ ਸ਼ਿਕਾਇਤ ਕਰਦੀ ਤਾਂ ਉਹ ਕਹਿੰਦੀ ਕਿ ਤੇਰੀ ਭੂਆ ਸਭ ਝੂਠ ਬੋਲਦੀ ਹੈ। ਉਹਨਾਂ ਦੀ ਤੈਨੂੰ ਮੇਰੇ ਖਿਲਾਫ ਭੜਕਾਉਣ ਦੀ ਸਾਜ਼ਿਸ਼ ਹੈ ਕਿ ਕੋਈ ਮਾਂ ਆਪਣੇ ਬੱਚੇ ਤੋਂ ਵੱਧ ਪਿਆਰ ਕਿਸੇ ਹੋਰ ਨੂੰ ਕਰ ਸਕਦੀ ਹੈ। ਦੋਹਾਂ ਦੀਆਂ ਗੱਲਾਂ ਬਾਤਾਂ ਕਾਰਨ ਮੈਂ ਮਾਨਸਿਕ ਤੌਰ ਤੇ ਬਿਮਾਰ ਹੋ ਰਹੀ ਸੀ। ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ, ਪਰ ਮੈਂ ਦੋਹਾਂ ਨੂੰ ਸਮਝ ਨਹੀਂ ਪਾ ਰਹੀ ਸੀ। ਮਾਂ ਅਤੇ ਭੂਆ ਦੇ ਝਗੜੇ ਨੇ ਘਰ ਵਿੱਚ ਅਜੀਬ ਜਿਹਾ ਮਾਹੌਲ ਪੈਦਾ ਕਰ ਦਿੱਤਾ ਸੀ। ਕਈ ਵਾਰ ਮੈਂ ਆਪਣੀ ਮਾਂ ਨੂੰ ਅਤੇ ਕਦੇ ਆਪਣੀ ਭੂਆ ਨੂੰ ਸ਼ਿਕਾਇਤ ਕਰਦੀ, ਕਿਉਂਕਿ ਇਹਨਾਂ ਦੋਵਾਂ ਵਿਚਕਾਰ ਲੜਾਈਆਂ ਨੇ ਮੇਰੀ ਜ਼ਿੰਦਗੀ ਬੇਰੰਗ ਕਰ ਦਿੱਤੀ ਸੀ। ਮੈਨੂੰ ਦੋ ਬੇੜੀਆਂ ਵਿੱਚ ਮੁਸਾਫਰ ਬਣਾ ਦਿੱਤਾ। ਇੱਕ ਦੁਪਹਿਰ ਜਦੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤਾਂ ਮੇਰੀ ਭੂਆ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਤੇਰੀ ਮਾਂ ਤੈਨੂੰ ਬਿਲਕੁਲ ਪਿਆਰ ਨਹੀਂ ਕਰਦੀ। ਭੂਆ ਦੀਆਂ ਗੱਲਾਂ ਤੇ ਮੈਂ ਹੈਰਾਨ ਰਹਿ ਗਈ, ਕਿਉਂਕਿ ਇਸ ਸਮੇਂ ਇਸ ਦਾ ਜ਼ਿਕਰ ਕਰਨ ਦਾ ਕੋਈ ਮਤਲਬ ਨਹੀਂ ਸੀ। ਮੈਂ ਹੈਰਾਨੀ ਅਤੇ ਸਵਾਲੀਆ ਨਜ਼ਰਾਂ ਨਾਲ ਭੂਆ ਵੱਲ ਦੇਖਿਆ। ਭੂਆ ਕਹਿਣ ਲੱਗੀ ਕਿ ਤੇਰੀ ਮਾਂ ਕੰਮਾਂ ਵਿੱਚ ਰੁੱਝੀ ਹੋਈ ਹੈ, ਪਰ ਉਹਨਾਂ ਨੂੰ ਤੇਰੀ ਕੋਈ ਚਿੰਤਾ ਨਹੀਂ ਹੈ। ਤੁਹਾਡੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ, ਪਰ ਤੁਹਾਡੀ ਮਾਂ ਨੂੰ ਕੋਈ ਪਰਵਾਹ ਵੀ ਨਹੀਂ ਹੈ ਕਿ ਤੁਹਾਡੇ ਕੋਲ ਬੈਠ ਕੇ ਤਿਆਰੀ ਵੀ ਕਰਵਾ ਦੇਵੇ। ਉਹ ਤੁਹਾਨੂੰ ਅਤੇ ਇਸ ਘਰ ਨੂੰ ਕਦੇ ਵੀ ਸਮਾਂ ਨਹੀਂ ਦੇ ਸਕਦੀ, ਕਿਉਂਕਿ ਉਹ ਸੋਸ਼ਲ ਵਰਕ ਦੇ ਨਾਂ ਤੇ ਬਾਹਰ ਜਾ ਕੇ ਅਯਾਸ਼ੀਆਂ ਕਰਦੀ ਹੈ। ਮੈਂ ਭੂਆ ਦੇ ਇਸ ਗੱਲ ਤੇ ਹੈਰਾਨ ਸੀ ਕਿ ਮੈਂ ਕੋਈ ਛੋਟੀ ਬੱਚੀ ਨਹੀਂ ਸੀ ਕਿ ਮੈਂ ਆਪਣੀ ਮਾਂ ਦੇ ਰੰਗ ਢੰਗ ਨੂੰ ਪਛਾਣ ਨਹੀਂ ਸਕਦੀ ਸੀ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੀ ਮਾਂ ਕੀ ਕਰਦੀ ਹੈ। ਉਸ ਦਿਨ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਭੂਆ ਮੇਰੀ ਮਾਂ ਦੇ ਵਿਰੁੱਧ ਮੇਰੇ ਮਨ ਵਿੱਚ ਨਫ਼ਰਤ ਭਰ ਰਹੀ ਸੀ। ਮੈਂ ਭੂਆ ਵੱਲ ਅਫਸੋਸ ਨਾਲ ਦੇਖਿਆ ਅਤੇ ਆਪਣੇ ਕੰਮ ਵਿੱਚ ਲੱਗ ਗਈ, ਪਰ ਮੈਂ ਇਸ ਗੱਲ ਨੂੰ ਸਾਬਤ ਕਰਨ ਲਈ ਇੱਕ ਵਾਰ ਮੈਂ ਆਪਣੀ ਮਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ। ਸ਼ਾਮ ਨੂੰ ਜਦੋਂ ਸਾਰੇ ਰਾਤ ਦੇ ਖਾਣੇ ਲਈ ਬੈਠੇ ਸਨ, ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ, ਮੇਰੇ ਲਈ ਤੁਸੀਂ ਆਪਣਾ ਸੋਸ਼ਲ ਵਰਕ ਛੱਡ ਕੇ ਮੇਰੇ ਤੇ ਧਿਆਨ ਨਹੀਂ ਦੇ ਸਕਦੇ? ਪਹਿਲਾਂ ਤਾਂ ਮੇਰੀ ਮਾਂ ਮੇਰੀ ਗੱਲ ਤੋਂ ਹੈਰਾਨ ਹੋ ਗਈ। ਉਸ ਦੇ ਚਿਹਰੇ ਤੋਂ ਇੰਜ ਲੱਗਦਾ ਸੀ ਜਿਵੇਂ ਮੈਂ ਉਹਨਾਂ ਤੋਂ ਸਭ ਕੁਝ ਖੋਹ ਲਿਆ ਹੋਵੇ, ਪਰ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਮੇਰੀ ਭੂਆ ਜੋ ਕਹਿ ਰਹੀ ਸੀ ਉਹ ਗਲਤ ਸੀ ਜਾਂ ਸਹੀ। ਮੈਂ ਮੇਰੀ ਮਾਂ ਨੂੰ ਦੁਬਾਰਾ ਪੁੱਛਿਆ
ਕਿ ਤੁਸੀਂ ਮੇਰੇ ਲਈ ਆਪਣਾ ਸੋਸ਼ਲ ਵਰਕ ਨਹੀਂ ਛੱਡ ਸਕਦੇ? ਤਾਂ ਮੇਰੀ ਮਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਸੀਂ ਮੇਰੀ ਪੂਰੀ ਦੁਨੀਆ ਹੋ, ਮੈਂ ਤੁਹਾਡੇ ਲਈ ਸਭ ਕੁਝ ਕਰ ਸਕਦੀ ਹਾਂ। ਅਤੇ ਫਿਰ ਮੇਰੀ ਮਾਂ ਨੇ ਮੇਰੇ ਲਈ ਸਭ ਕੁਝ ਛੱਡ ਦਿੱਤਾ। ਪਰ ਜਦੋਂ ਵੀ ਮੈਂ ਸਕੂਲ ਤੋਂ ਵਾਪਸ ਆਉਂਦੀ ਤਾਂ ਦਰਵਾਜ਼ੇ ਦੇ ਬਾਹਰ ਔਰਤਾਂ ਦੀ ਭੀੜ ਹੁੰਦੀ। ਮੈਂ ਕਾਫੀ ਹੈਰਾਨ ਸੀ। ਇੱਕ ਦਿਨ ਜਦੋਂ ਮੈਂ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਦਰਵਾਜ਼ੇ ਅੱਗੇ ਅਜੇ ਵੀ ਔਰਤਾਂ ਦੀ ਭੀੜ ਸੀ। ਸਭ ਨੇ ਚਿੱਟੇ ਕੱਪੜੇ ਪਾਏ ਹੋਏ ਸਨ। ਮੈਨੂੰ ਉਹਨਾਂ ਸਾਰੀਆਂ ਔਰਤਾਂ ਤੋਂ ਡਰ ਲੱਗ ਰਿਹਾ ਸੀ। ਡਰ ਦੇ ਮਾਰੇ ਮੈਂ ਜਲਦੀ ਨਾਲ ਘਰ ਦੇ ਅੰਦਰ ਜਾਣ ਲੱਗੀ ਤਾਂ ਅਚਾਨਕ ਦੋ ਔਰਤਾਂ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ, ਜੋ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਜਦੋਂ ਤੋਂ ਸਰਲਾ ਮੈਡਮ ਨੇ ਸਾਡੇ ਸਿਰ ਤੋਂ ਹੱਥ ਉਠਾਇਆ ਹੈ, ਅਸੀਂ ਸੜਕ ਤੇ ਆ ਗਏ ਹਾਂ। ਪਤਾ ਨਹੀਂ ਕਿਉਂ ਉਹਨਾਂ ਨੇ ਸਾਡੀ ਮਦਦ ਕਰਨੀ ਬੰਦ ਕਰ ਦਿੱਤੀ। ਸ਼ਾਇਦ ਉਸ ਵਿੱਚ ਵੀ ਹੰਕਾਰ ਪੈਦਾ ਹੋ ਗਿਆ ਹੈ। ਜਦ ਕਿ ਦੂਜੀ ਔਰਤ ਕਹਿ ਰਹੀ ਸੀ ਕਿ ਅਜਿਹਾ ਨਹੀਂ ਹੋ ਸਕਦਾ। ਉਹ ਕਈ ਸਾਲਾਂ ਤੋਂ ਸਾਡੇ ਨਾਲ ਹੈ ਅਤੇ ਸਾਡੀ ਮਦਦ ਕਰ ਰਹੀ ਹੈ। ਵਿਧਵਾ ਹੋਣ ਤੋਂ ਬਾਅਦ ਵੀ ਸਾਡੇ ਸਹੁਰਿਆਂ ਨੇ ਸਾਨੂੰ ਆਪਣੇ ਨਾਲ ਨਹੀਂ ਰੱਖਿਆ। ਉਦੋਂ ਸਰਲਾ ਮੈਡਮ ਨੇ ਹੀ ਸਾਡੀ ਮਦਦ ਕੀਤੀ ਸੀ। ਉਸ ਦਿਨ ਮੈਨੂੰ ਸਮਝ ਆਇਆ ਕਿ ਘਰ ਵਿੱਚ ਮੈਂ ਇਕੱਲੀ ਹਾਂ ਅਤੇ ਮੇਰੀ ਦੇਖਭਾਲ ਕਰਨ ਲਈ ਨੌਕਰ ਹਨ। ਪਰ ਇਹਨਾਂ ਬੇਸਹਾਰਾ ਲਾਚਾਰ ਔਰਤਾਂ ਨੂੰ ਮਾਂ ਤੋਂ ਕਿੰਨੀਆਂ ਆਸਾਂ ਤੇ ਉਮੀਦਾਂ ਹਨ। ਉਸ ਦਿਨ ਤੋਂ ਮੈਨੂੰ ਆਪਣੀ ਭੂਆ ਪ੍ਰਤੀ ਸਖਤ ਨਫ਼ਰਤ ਹੋਣ ਲੱਗੀ, ਜਿਸ ਨੇ ਬਚਪਨ ਤੋਂ ਹੀ ਮੇਰੇ ਮਨ ਵਿੱਚ ਮਾਂ ਵਿਰੁੱਧ ਜ਼ਹਿਰ ਭਰਿਆ ਸੀ, ਜਿਸ ਕਾਰਨ ਮੇਰੇ ਦਿਮਾਗ ਵਿੱਚ ਮਾਂ ਲਈ ਕਦੇ ਵੀ ਕੁਝ ਚੰਗਾ ਨਹੀਂ ਆਇਆ ਸੀ। ਤੇ ਇਹਨਾਂ ਗੱਲਾਂ ਨਾਲ ਮੇਰਾ ਮਨ ਇੰਨਾ ਭਰ ਗਿਆ ਕਿ ਮੈਂ ਆਪਣੀ ਮਾਂ ਦੇ ਚੰਗੇ ਕੰਮ ਵੀ ਨਹੀਂ ਦੇਖ ਸਕੀ। ਘਰ ਦੇ ਅੰਦਰ ਵੜਦਿਆਂ ਹੀ ਮੈਂ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਅਤੇ ਆਪਣੀ ਮਾਂ ਤੋਂ ਮਾਫੀ ਮੰਗੀ ਕਿ ਮੈਂ ਉਸ ਨੂੰ ਅਜੇ ਚੰਗੇ ਕੰਮ ਕਰਨ ਤੋਂ ਰੋਕਿਆ। ਅਤੇ ਫਿਰ ਮੇਰੀ ਜਿੱਦ, ਜਿਸ ਕਾਰਨ ਮੇਰੀ ਮਾਂ ਨੂੰ ਆਪਣਾ ਸਾਰਾ ਕੰਮ ਛੱਡਣ ਲਈ ਮਜਬੂਰ ਹੋਣਾ ਪਿਆ। ਅੱਜ ਮੈਂ ਫਿਰ ਜ਼ੋਰ ਪਾਇਆ ਤੇ ਮਾਂ ਨੂੰ ਕਿਹਾ ਕਿ ਉਹ ਅੱਜ ਤੋਂ ਹੀ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਦੇਵੇ। ਆਪਣੀ ਜਿੱਦ ਵਿੱਚ ਮੈਂ ਇਹ ਭੁੱਲ ਗਈ ਸੀ ਕਿ ਮੇਰੇ ਤੋਂ ਇਲਾਵਾ ਦੁਨੀਆ ਨੂੰ ਵੀ ਤੁਹਾਡੀ ਲੋੜ ਹੈ। ਮੈਂ ਆਪਣੀ ਭੂਆ ਵੱਲ ਦੇਖਿਆ, ਜੋ ਮੇਰੇ ਵੱਲ ਗੁੱਸੇ ਅਤੇ ਹੈਰਾਨੀ ਨਾਲ ਦੇਖ ਰਹੀ ਸੀ, ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਮੈਨੂੰ ਘਿਰਣਾ ਮਹਿਸੂਸ ਹੋ ਰਹੀ ਸੀ। ਮੈਨੂੰ ਪਤਾ ਸੀ ਕਿ ਮੇਰੀ ਮਾਂ ਬਿਲਕੁਲ ਠੀਕ ਸੀ। ਉਸ ਦਿਨ ਤੋਂ ਭੂਆ ਵੀ ਮੇਰੀ ਦੁਸ਼ਮਣ ਬਣ ਗਈ ਸੀ। ਪਹਿਲਾਂ ਮੇਰੀ ਭੂਆ ਨੇ ਮੇਰੇ ਪਿਤਾ ਜੀ ਨੂੰ ਮੇਰੀ ਪੜ੍ਹਾਈ ਬੰਦ ਕਰਨ ਲਈ ਕਿਹਾ। ਉਹਨਾਂ ਨੇ ਮੇਰੇ ਤੇ ਝੂਠੇ ਦੋਸ਼ ਲਾਏ ਅਤੇ ਮੈਨੂੰ ਚਰਿੱਤਰਹੀਣ ਵੀ ਕਿਹਾ। ਪਾਪਾ ਨੇ ਵੀ ਭੂਆ ਦੀ ਗੱਲ ਮੰਨ ਲਈ ਤੇ ਫਿਰ ਕਿਤੇ ਨਾ ਕਿਤੇ ਵੱਡਾ ਮੁੰਡਾ ਲੱਭ ਕੇ ਉਸ ਨਾਲ ਮੇਰਾ ਵਿਆਹ ਕਰਵਾ ਦਿੱਤਾ, ਜਦੋਂ ਕਿ ਮੈਂ ਹਜੇ ਹੋਰ ਪੜ੍ਹਨਾ ਚਾਹੁੰਦੀ ਸੀ। ਪਰ ਮੇਰੀ ਭੂਆ ਨੇ ਕਿਹਾ ਕਿ ਜਿੰਨੀ ਜਲਦੀ ਵਿਆਹ ਹੋ ਜਾਵੇ ਕੁੜੀ ਲਈ ਓਨਾ ਹੀ ਚੰਗਾ ਹੈ। ਉਹ ਆਪਣਾ ਘਰ ਤਾਂ ਵਸਾ ਨਹੀਂ ਸਕੀ, ਪਰ ਦੂਜਿਆਂ ਨੂੰ ਸਲਾਹ ਦੇਣਾ ਉਹ ਆਪਣਾ ਫਰਜ਼ ਸਮਝਦੀ ਸੀ। ਹੁਣ ਭੂਆ ਲਈ ਮੇਰੇ ਦਿਲ ਵਿੱਚ ਨਫ਼ਰਤ ਹੋਰ ਵੀ ਵੱਧ ਗਈ ਸੀ। ਮਾਂ ਕਹਿੰਦੀ ਹੈ ਕਿ ਸਾਰੀਆਂ ਨਣਦਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਮਾਂ ਦੇ ਬੋਲਾਂ ਕਾਰਨ ਮੇਰੇ ਦਿਲ ਵਿੱਚ ਨਣਦ ਸ਼ਬਦ ਲਈ ਨਫ਼ਰਤ ਪੈਦਾ ਹੋ ਗਈ ਸੀ। ਅਤੇ ਫਿਰ ਮੇਰਾ ਵਿਆਹ ਰੋਹਿਤ ਨਾਲ ਹੋ ਗਿਆ। ਉਸ ਦੀ ਉਮਰ 35 ਸਾਲ ਸੀ ਅਤੇ ਉਸ ਸਮੇਂ ਮੇਰੀ 22 ਸਾਲ ਸੀ। ਪਰ ਉਹ ਇੱਕ ਸੁੰਦਰ ਲੜਕਾ ਸੀ ਅਤੇ ਮੈਨੂੰ ਰਾਹਤ ਮਿਲੀ ਕਿ ਮੇਰਾ ਪਤੀ ਥੋੜਾ ਵੱਡਾ ਹੈ, ਪਰ ਘੱਟੋ ਘੱਟ ਉਹ ਸੁੰਦਰ ਹੈ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਸੀ। ਜਿੱਥੇ ਮੇਰਾ ਵਿਆਹ ਹੋਇਆ ਸੀ, ਮੇਰੇ ਪਤੀ ਦੀ ਇੱਕ ਭੈਣ ਸੀ ਜੋ 14 ਸਾਲਾਂ ਦੀ ਸੀ। ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੇਰੀ ਨਣਦ ਮੈਨੂੰ ਮਿਲਣ ਵੀ ਨਹੀਂ ਆਈ, ਜਦੋਂ ਕਿ ਮੇਰੇ ਪਤੀ ਦਾ ਕੋਈ ਹੋਰ ਭੈਣ ਭਰਾ ਨਹੀਂ ਸੀ। ਮੇਰੇ ਸਹੁਰੇ ਘਰ ਵਿੱਚ ਸਿਰਫ ਮੇਰੀ ਸੱਸ, ਮੇਰਾ ਪਤੀ ਅਤੇ ਮੇਰੀ ਨਣਦ ਰੋਸ਼ਨੀ ਹੀ ਸਨ। ਮੇਰਾ ਪਤੀ ਬਹੁਤ ਸ਼ਾਂਤ ਆਦਮੀ ਸੀ। ਘਰ ਦਾ ਮਾਹੌਲ ਵੀ ਬੜਾ ਅਜੀਬ ਸੀ। ਮੈਂ ਆਪਣੀ ਨਣਦ ਤੋਂ ਬੋਰ ਹੋ ਗਈ ਸੀ। ਉਹ ਹਰ ਸਮੇਂ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਸੀ। ਜਦੋਂ ਉਸ ਦੇ ਖਾਣਾ ਖਾਣ ਦਾ ਸਮਾਂ ਹੁੰਦਾ ਤਾਂ ਉਹ ਕਮਰੇ ਤੋਂ ਬਾਹਰ ਨਿਕਲਦੀ ਸੀ। ਮੈਨੂੰ ਉਸ ਦਾ ਰਵੱਈਆ ਬਹੁਤ ਅਜੀਬ ਲੱਗਦਾ। ਪਰਿਵਾਰ ਵਾਲੇ ਵੀ ਉਸ ਨਾਲ ਬਹੁਤੀ ਗੱਲ ਨਹੀਂ ਕਰਦੇ ਸਨ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਤੁਹਾਡੀ ਧੀ ਕਮਰੇ ਵਿੱਚ ਇਕੱਲੀ ਕਿਉਂ ਰਹਿੰਦੀ ਹੈ? ਤਾਂ ਸੱਸ ਨੇ ਕਿਹਾ ਕਿ ਉਸ ਨੂੰ ਇਕੱਲਾ ਰਹਿਣਾ ਪਸੰਦ ਹੈ। ਉਹ ਸਾਰਿਆਂ ਨਾਲ ਬੈਠ ਕੇ ਘਬਰਾਹਟ ਮਹਿਸੂਸ ਕਰਦੀ ਹੈ। ਪਰ ਮੈਨੂੰ ਪਤਾ ਸੀ ਕਿ ਮੇਰੀ ਸੱਸ ਮੇਰੇ ਤੋਂ ਕੁਝ ਲੁਕਾ ਰਹੀ ਸੀ, ਕਿਉਂਕਿ ਉਸ ਦੀਆਂ ਗੱਲਾਂ ਕੁਝ ਹੋਰ ਸਨ ਅਤੇ ਉਸ ਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਸਨ। ਉਹ ਮੇਰੇ ਨਾਲ ਅੱਖਾਂ ਵੀ ਨਹੀਂ ਮਿਲਾ ਰਹੀ ਸੀ। ਮੈਂ ਸੱਸ ਨਾਲ ਬਹੁਤੀ ਗੱਲ ਨਹੀਂ ਕੀਤੀ ਤੇ ਰੋਸ਼ਨੀ ਤੇ ਖੁਦ ਨਜ਼ਰ ਰੱਖਣ ਲੱਗੀ। ਇੱਕ ਦਿਨ ਤੂਫਾਨੀ ਰਾਤ ਸੀ, ਜਦੋਂ ਕਿਸੇ ਦੇ ਰੋਣ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ।
ਉਹ ਆਵਾਜ਼ ਬਹੁਤ ਉੱਚੀ ਸੀ। ਜਿਵੇਂ ਹੀ ਮੈਂ ਅੱਖਾਂ ਖੋਲ੍ਹੀਆਂ, ਮੈਂ ਆਪਣੇ ਕਮਰੇ ਵਿੱਚ ਆਲੇ ਦੁਆਲੇ ਦੇਖਿਆ ਤਾਂ ਦੇਖਿਆ ਕਿ ਉੱਥੇ ਸਭ ਕੁਝ ਠੀਕ ਸੀ ਅਤੇ ਰੋਹਿਤ ਵੀ ਸੋ ਰਹੇ ਸਨ। ਪਰ ਅਗਲੀ ਸਵੇਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੇਰੀ ਸੱਸ ਨੇ ਮੇਰੇ ਪਤੀ ਨੂੰ ਦੱਸਿਆ ਕਿ ਰੋਸ਼ਨੀ ਕੁਝ ਮਹੀਨਿਆਂ ਲਈ ਆਪਣੀ ਨਾਨੀ ਦੇ ਘਰ ਰਹਿਣਾ ਚਾਹੁੰਦੀ ਹੈ। ਅਸੀਂ ਉਸ ਨੂੰ ਕੁਝ ਸਮੇਂ ਬਾਅਦ ਵਾਪਸ ਲਿਆਵਾਂਗੇ। ਸੱਸ ਦੀ ਗੱਲ ਨਾਲ ਮੈਨੂੰ ਹੈਰਾਨੀ ਹੋਈ, ਪਰ ਮੈਂ ਚੁੱਪ ਰਹੀ ਤੇ ਇਹ ਕੁਝ ਮਹੀਨੇ ਬੜੀ ਬੇਚੈਨੀ ਨਾਲ ਬੀਤ ਗਏ। ਕੁਝ ਮਹੀਨਿਆਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮੈਂ ਰੋਸ਼ਨੀ ਦੇ ਹੱਥਾਂ ਵਿੱਚ ਇੱਕ ਛੋਟਾ ਬੱਚਾ ਦੇਖਿਆ। ਮੇਰੀ ਨਣਦ ਮਹਿਜ਼ 14 ਸਾਲਾਂ ਦੀ ਸੀ ਅਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਪਰ ਮੇਰੀ ਸੱਸ ਤੋਂ ਇਲਾਵਾ ਕੋਈ ਇਸ ਬੱਚੇ ਅਤੇ ਮੇਰੀ ਨਣਦ ਵੱਲ ਦੇਖਦਾ ਵੀ ਨਹੀਂ ਸੀ। ਹਰ ਕੋਈ ਦੋਵਾਂ ਨੂੰ ਨਫ਼ਰਤ ਕਰਦਾ ਸੀ। ਹਰ ਕੋਈ ਮੇਰੀ ਨਣਦ ਨੂੰ ਬੁਰਾ ਭਲਾ ਕਹਿ ਰਿਹਾ ਸੀ। ਘਰ ਵਿੱਚ ਕੀ ਹੋ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਹ ਬੱਚਾ ਅਚਾਨਕ ਕਿੱਥੋਂ ਆ ਗਿਆ ਅਤੇ ਸਾਰੇ ਉਸ ਨੂੰ ਨਣਦ ਦਾ ਬੱਚਾ ਕਹਿ ਰਹੇ ਸਨ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਜੇ ਤੱਕ ਉਸ ਬੱਚੇ ਦਾ ਚਿਹਰਾ ਵੀ ਨਹੀਂ ਦੇਖਿਆ ਸੀ। ਉਸ ਨੇ ਕਿਸੇ ਨੂੰ ਵੀ ਆਪਣੇ ਬੱਚੇ ਦਾ ਚਿਹਰਾ ਨਹੀਂ ਦੇਖਣ ਦਿੱਤਾ। ਮੇਰੀ ਨਣਦ ਰੋਸ਼ਨੀ ਸਾਰੇ ਇਲਾਕੇ ਵਿੱਚ ਬਦਨਾਮ ਹੋ ਗਈ ਸੀ। ਇਲਾਕੇ ਦੇ ਲੋਕ ਮੇਰੀ ਸੱਸ ਦੇ ਪਾਲਣ ਪੋਸ਼ਣ ਤੇ ਉਂਗਲ ਉਠਾਉਣ ਲੱਗੇ, ਪਰ ਮੇਰੀ ਨਣਦ ਹਰ ਰੋਜ਼ ਸਾਰਿਆਂ ਨੂੰ ਕਹਿੰਦੀ ਸੀ ਕਿ ਮੈਂ ਚਰਿੱਤਰਹੀਣ ਨਹੀਂ, ਮੈਂ ਕੋਈ ਗੁਨਾਹ ਨਹੀਂ ਕੀਤਾ। ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਮੈਨੂੰ ਵੀ ਰੋਸ਼ਨੀ ਤੇ ਭਰੋਸਾ ਨਹੀਂ ਸੀ। ਮੈਨੂੰ ਵੀ ਇੰਜ ਲੱਗਾ ਜਿਵੇਂ ਉਹ ਝੂਠ ਬੋਲ ਰਹੀ ਹੈ, ਕਿਉਂਕਿ ਉਹ ਅਜੇ ਵਿਆਹੀ ਨਹੀਂ ਸੀ। ਫਿਰ ਉਸ ਦੀ ਗੋਦ ਵਿੱਚ ਬੱਚਾ ਕਿਵੇਂ ਆਇਆ? ਇੱਕ ਦਿਨ ਜਦੋਂ ਮੇਰਾ ਪਤੀ ਘਰ ਆਇਆ ਤਾਂ ਉਸਨੇ ਆਉਂਦਿਆਂ ਹੀ ਰੋਸ਼ਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੀ ਸੱਸ ਰੋਸ਼ਨੀ ਨੂੰ ਬਚਾਉਂਦੀ ਰਹੀ, ਪਰ ਮੇਰੇ ਪਤੀ ਨੇ ਮੇਰੀ ਨਣਦ ਨੂੰ ਬਹੁਤ ਕੁੱਟਿਆ। ਮੇਰੀ ਸੱਸ ਨੇ ਇਹ ਸਭ ਦੇਖਿਆ ਤੇ ਉਹ ਮੇਰੇ ਕੋਲ ਆਈ ਤੇ ਹੱਥ ਜੋੜ ਕੇ ਬੋਲੀ, ਮੇਰੀ ਧੀ ਰੋਸ਼ਨੀ ਨੂੰ ਬਚਾ ਲਓ, ਉਸ ਨੂੰ ਤੂੰ ਹੀ ਬਚਾ ਸਕਦੀ ਹੈ। ਪਰ ਮੈਂ ਵੀ ਆਕੜ ਵਿੱਚ ਕਹਿ ਦਿੱਤਾ ਕਿ ਰੋਸ਼ਨੀ ਨੇ ਜੋ ਕੀਤਾ ਉਸ ਤੋਂ ਬਾਅਦ ਉਸ ਨੂੰ ਮਰ ਜਾਣਾ ਚਾਹੀਦਾ ਹੈ। ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਮੇਰੀ ਸੱਸ ਭੁੱਬਾ ਮਾਰ ਕੇ ਰੋਣ ਲੱਗ ਗਈ ਅਤੇ ਕਹਿਣ ਲੱਗੀ ਕਿ ਤੂੰ ਬਹੁਤ ਗਲਤ ਕਰ ਰਹੀ ਹੈ। ਸੱਚ ਜਾਣੇ ਬਿਨਾਂ ਦੋਸ਼ ਲਗਾਉਣਾ ਬਹੁਤ ਵੱਡਾ ਪਾਪ ਹੈ। ਪਰ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਮੇਰੇ ਪਤੀ ਨੇ ਮੇਰੀ ਨਣਦ ਨੂੰ ਬਹੁਤ ਕੁੱਟਿਆ। ਮੇਰੀ ਸੱਸ ਨੂੰ ਰੋਸ਼ਨੀ ਦਾ ਦੁੱਖ ਲੈ ਬੈਠਾ ਅਤੇ ਮੇਰੀ ਸੱਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਦੋਂ ਸਥਾਨਕ ਲੋਕ ਅਤੇ ਰਿਸ਼ਤੇਦਾਰ ਆਉਣ ਲੱਗੇ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪਈ ਕਿ ਮੇਰੀ ਨਣਦ ਦੀ ਬਦਨਾਮੀ ਕਰਕੇ ਮੇਰੀ ਸੱਸ ਮਰ ਗਈ। ਸਾਰਾ ਇਲਾਕਾ ਅਤੇ ਰਿਸ਼ਤੇਦਾਰ ਮੇਰੀ ਨਣਦ ਰੋਸ਼ਨੀ ਬਾਰੇ ਚੰਗਾ ਮਾੜਾ ਕਹਿਣ ਲੱਗ ਪਏ। ਮੈਂ ਆਪਣੇ ਪਤੀ ਨੂੰ ਵੀ ਭਰਮਾਇਆ ਕਿ ਇਲਾਕੇ ਦੇ ਲੋਕ ਕਹਿ ਰਹੇ ਹਨ ਕਿ ਤੁਸੀਂ ਇੱਕ ਚਰਿੱਤਰਹੀਣ ਭੈਣ ਦੇ ਭਰਾ ਹੋ। ਜਦੋਂ ਲੋਹਾ ਗਰਮ ਹੁੰਦਾ ਹੈ ਤਾਂ ਇਸ ਨੂੰ ਤੋੜਨਾ ਆਸਾਨ ਹੁੰਦਾ ਹੈ। ਜਦੋਂ ਆਂਢ ਗੁਆਂਢ ਦੇ ਲੋਕ ਰੋਸ਼ਨੀ ਨੂੰ ਗੱਲਾਂ ਕਹਿਣ ਲੱਗੇ ਤਾਂ ਮੇਰੀ ਨਣਦ ਬੱਚੇ ਨੂੰ ਲੁਕੋ ਕੇ ਕਮਰੇ ਵਿੱਚ ਚਲੀ ਗਈ। ਜਦੋਂ ਸੱਸ ਦਾ ਅੰਤਿਮ ਸੰਸਕਾਰ ਹੋਇਆ ਤਾਂ ਮਹਿਮਾਨ ਵੀ ਹੌਲੀ ਹੌਲੀ ਆਪਣੇ ਘਰਾਂ ਨੂੰ ਚਲੇ ਗਏ। ਜਦੋਂ ਮੇਰਾ ਪਤੀ ਅੰਤਿਮ ਸੰਸਕਾਰ ਤੋਂ ਬਾਅਦ ਘਰ ਆਇਆ ਤਾਂ ਉਹ ਬਹੁਤ ਗੁੱਸੇ ਵਿੱਚ ਸੀ। ਉੱਥੇ ਲੋਕਾਂ ਨੇ ਰੋਸ਼ਨੀ ਬਾਰੇ ਗੱਲਾਂ ਕਰਕੇ ਉਸ ਨੂੰ ਦੁਖੀ ਕਰ ਦਿੱਤਾ ਸੀ। ਲੋਹਾ ਗਰਮ ਦੇਖ ਕੇ ਮੈਂ ਵੀ ਰੋਹਿਤ ਨੂੰ ਭੜਕਾਉਣ ਲੱਗੀ ਕਿ ਤੇਰੀ ਭੈਣ ਤਾਂ ਚਰਿੱਤਰਹੀਣ ਕੁੜੀ ਹੈ, ਉਸ ਨੂੰ ਇਸ ਘਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਸਗੋਂ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਉਸ ਨੂੰ ਇਸ ਦੁਨੀਆ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਤੁਹਾਨੂੰ ਰੋਸ਼ਨੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ। ਅਤੇ ਫਿਰ ਉਹ ਕਮਰੇ ਵਿੱਚ ਚਲਾ ਗਿਆ। ਹੁਣ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਰੋਸ਼ਨੀ ਨੂੰ ਇਸ ਘਰ ਵਿੱਚ ਨਹੀਂ ਰਹਿਣ ਦਿਆਂਗੇ। ਜਿਵੇਂ ਹੀ ਮੈਂ ਆਪਣੇ ਪਤੀ ਦੇ ਕਮਰੇ ਵਿੱਚ ਗਈ ਤਾਂ ਲੁਕ ਛਿਪ ਕੇ ਰੋਸ਼ਨੀ ਦੇ ਕਮਰੇ ਵਿੱਚ ਚਲੀ ਗਈ। ਜਦੋਂ ਮੈਂ ਦੇਖਿਆ ਤਾਂ ਰੋਸ਼ਨੀ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੋ ਰਹੀ ਸੀ। ਮੈਨੂੰ ਰੋਸ਼ਨੀ ਦੇ ਬਹੁਤ ਗੁੱਸਾ ਸੀ। ਮੈਂ ਉਸ ਵੱਲ ਦੇਖਿਆ ਅਤੇ ਉਸ ਦੇ ਬਾਲਾਂ ਤੋਂ ਫੜ ਕੇ ਉਸ ਨੂੰ ਉੱਪਰ ਖਿੱਚ ਲਿਆ। ਮੈਂ ਆਪਣੀ ਨਣਦ ਨੂੰ ਕਿਹਾ ਕਿ ਉਹ ਕਿਸੇ ਹੋਰ ਦੇ ਸਾਹਮਣੇ ਆਪਣੇ ਹੰਝੂ ਬਹਾਵੇ। ਤੁਸੀਂ ਜੋ ਕਰਨਾ ਸੀ ਉਹ ਕਰ ਲਿਆ, ਹੁਣ ਕਿਉਂ ਅੰਦਰ ਮੂੰਹ ਲੁਕੋ ਕੇ ਬੈਠੇ ਹੋ? ਜੇ ਹਿੰਮਤ ਹੈ ਤਾਂ ਘਰੋਂ ਬਾਹਰ ਜਾ ਕੇ ਸਾਰਿਆਂ ਦਾ ਸਾਹਮਣਾ ਕਰੋ। ਤੂੰ ਆਪਣੇ ਭਰਾ ਨੂੰ ਕਿਤੇ ਵੀ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ। ਉਹ ਲੋਕਾਂ ਦੇ ਸਾਹਮਣੇ ਸਿਰ ਝੁਕਾ ਕੇ ਤੁਰਦਾ ਹੈ। ਲੋਕ ਉਸ ਤੇ ਉਂਗਲਾਂ ਉਠਾਉਂਦੇ ਹਨ ਕਿ ਉਸ ਨੂੰ ਘਰ ਕਿਉਂ ਰੱਖਿਆ ਹੈ। ਮੈਂ ਰੋਸ਼ਨੀ ਨੂੰ ਬਹੁਤ ਗਾਲਾਂ ਕੱਢੀਆਂ ਤੇ ਘਰੋਂ ਕੱਢ ਦਿੱਤਾ। ਰੋਸ਼ਨੀ ਰੋਂਦੀ ਰਹੀ ਪਰ ਮੈਂ ਉਸ ਦੀ ਇੱਕ ਨਾ ਸੁਣੀ। ਹੁਣ ਮੈਂ ਬਹੁਤ ਖੁਸ਼ ਸੀ। ਮੈਨੂੰ ਲੱਗਾ ਜਿਵੇਂ ਮੈਂ ਆਪਣੀ ਮਾਂ ਦਾ ਬਦਲਾ ਪੂਰਾ ਕਰ ਲਿਆ ਹੋਵੇ। ਪਰ ਮੈਂ ਭੁੱਲ ਗਈ ਸੀ ਕਿ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ। ਹਰ ਕਿਸੇ ਦੀ ਆਪਣੀ ਮਜਬੂਰੀ ਹੁੰਦੀ ਹੈ। ਹਰ ਇੱਕ ਦਾ ਸੁਭਾਅ
ਸੁਭਾਅ ਵੱਖਰਾ ਹੁੰਦਾ ਹੈ। ਉਹ ਮੇਰੀ ਭੂਆ ਸੀ ਅਤੇ ਇੱਥੇ ਮੇਰੀ ਨਣਦ ਰੌਸ਼ਨੀ। ਮੇਰੀ ਮਾਂ ਦਾ ਬਦਲਾ ਮੇਰੀ ਭੂਆ ਨਾਲ ਹੈ, ਪਰ ਮੈਂ ਆਪਣੀ ਮਾਂ ਦਾ ਬਦਲਾ ਆਪਣੀ ਨਣਦ ਤੋਂ ਕਿਉਂ ਲੈ ਰਹੀ ਸੀ? ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਡਰਿਆ ਹੋਇਆ ਮਹਿਸੂਸ ਕੀਤਾ ਕਿ ਸ਼ਾਇਦ ਮੇਰਾ ਪਤੀ ਮੇਰੇ ਤੇ ਗੁੱਸੇ ਹੋਵੇਗਾ ਕਿ ਤੁਸੀਂ ਮੇਰੀ ਭੈਣ ਨੂੰ ਘਰੋਂ ਕਿਉਂ ਕੱਢ ਦਿੱਤਾ। ਜਦੋਂ ਮੇਰੇ ਪਤੀ ਨੇ ਮੈਨੂੰ ਪੁੱਛਿਆ ਕਿ ਰੌਸ਼ਨੀ ਕਿੱਥੇ ਹੈ ਤਾਂ ਮੈਂ ਉਸ ਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਤੇਰੀ ਭੈਣ ਨੂੰ ਘਰੋਂ ਕੱਢ ਦਿੱਤਾ ਹੈ। ਜਿੰਨਾ ਚਿਰ ਉਹ ਇਸ ਘਰ ਵਿੱਚ ਰਹੇਗੀ ਉਹ ਬਦਨਾਮੀ ਦਾ ਕਾਰਨ ਬਣੇਗੀ ਅਤੇ ਇਸੇ ਲਈ ਮੈਂ ਉਸ ਨੂੰ ਘਰੋਂ ਕੱਢ ਦਿੱਤਾ ਹੈ। ਮੈਂ ਸੋਚਦੀ ਸੀ ਕਿ ਮੇਰੀ ਗੱਲ ਸੁਣ ਕੇ ਮੇਰਾ ਪਤੀ ਮੇਰੇ ਤੇ ਗੁੱਸਾ ਹੋਵੇਗਾ, ਪਰ ਮੇਰੇ ਪਤੀ ਦਾ ਰਵੱਈਆ ਮੇਰੀ ਉਮੀਦ ਦੇ ਬਿਲਕੁਲ ਉਲਟ ਸੀ। ਜਦੋਂ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੀਤਾ ਹੈ, ਅਜਿਹੀਆਂ ਕੁੜੀਆਂ ਨੂੰ ਜਿੰਦਾ ਦਫਨਾ ਦੇਣਾ ਚਾਹੀਦਾ ਹੈ, ਪਰ ਅਗਲੀ ਹੀ ਰਾਤ ਮੈਨੂੰ ਘਰ ਵਿੱਚ ਕੁਝ ਅਜੀਬ ਜਿਹੀ ਹਰਕਤ ਮਹਿਸੂਸ ਹੋਣ ਲੱਗੀ। ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਸੀ, ਪਰ ਜਿਵੇਂ-ਜਿਵੇਂ ਰਾਤ ਪੈਂਦੀ ਸੀ ਕਮਰੇ ਵਿੱਚੋਂ ਰੌਸ਼ਨੀ ਦੇ ਰੋਣ ਦੀ ਆਵਾਜ਼ ਆਉਂਦੀ ਸੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰਾ ਭੁਲੇਖਾ ਹੈ, ਕਿਉਂਕਿ ਕਮਰੇ ਵਿੱਚ ਰੌਸ਼ਨੀ ਨਹੀਂ ਸੀ। ਮੈਂ ਉਸ ਨੂੰ ਘਰੋਂ ਕੱਢ ਦਿੱਤਾ ਸੀ, ਪਰ ਫਿਰ ਵੀ ਮੈਨੂੰ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਅਤੇ ਮੈਂ ਉਸ ਨੂੰ ਆਪਣਾ ਵਹਿਮ ਸਮਝਿਆ ਅਤੇ ਉਸ ਨੂੰ ਭੁੱਲ ਗਈ। ਪਰ ਹੁਣ ਮੈਨੂੰ ਡਰ ਲੱਗਣ ਲੱਗਾ ਕਿਉਂਕਿ ਉਹ ਕਮਰਾ ਖਾਲੀ ਸੀ। ਇਸ ਵਾਰ ਰੌਸ਼ਨੀ ਦੇ ਰੋਣ ਦੀ ਆਵਾਜ਼ ਸੁਣ ਕੇ ਮੈਂ ਰੌਸ਼ਨੀ ਦੇ ਕਮਰੇ ਦੀ ਤਲਾਸ਼ੀ ਲੈਣ ਗਈ, ਪਰ ਉਹ ਕਮਰਾ ਬਿਲਕੁਲ ਖਾਲੀ ਸੀ ਤੇ ਕੁਝ ਵੀ ਮੌਜੂਦ ਨਹੀਂ ਸੀ। ਹੌਲੀ-ਹੌਲੀ ਮੇਰਾ ਡਰ ਵਧਣ ਲੱਗਾ। ਮੈਂ ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿੰਦੀ ਸੀ, ਪਰ ਜਿਵੇਂ ਹੀ ਮੇਰਾ ਪਤੀ ਆਉਂਦਾ ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਚਲੀ ਜਾਂਦੀ। ਮੈਂ ਰਾਤ ਨੂੰ ਘੱਟ ਹੀ ਬਾਹਰ ਜਾਂਦੀ ਸੀ। ਮੇਰਾ ਪਤੀ ਵੀ ਮੇਰੀਆਂ ਹਰਕਤਾਂ ਦੇਖ ਰਿਹਾ ਸੀ, ਪਰ ਕੁਝ ਨਹੀਂ ਬੋਲਿਆ। ਇੱਕ ਦਿਨ ਫਿਰ ਰੌਸ਼ਨੀ ਦੇ ਕਮਰੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਡਰਦੀ ਹੋਈ ਕਮਰੇ ਵਿੱਚ ਆ ਗਈ। ਮੇਰੇ ਚਿਹਰੇ ਤੇ ਹਾਵ-ਭਾਵ ਦੇਖ ਕੇ ਰੋਹਿਤ ਨੇ ਇੱਕਦਮ ਹੈਰਾਨ ਹੋ ਕੇ ਪੁੱਛਿਆ ਕਿ ਕੀ ਹੋਇਆ, ਤੁਸੀਂ ਇੰਨੇ ਡਰੇ ਹੋਏ ਕਿਉਂ ਹੋ? ਇਸ ਲਈ ਮੈਂ ਰੋਹਿਤ ਨੂੰ ਸਾਰੀ ਸੱਚਾਈ ਦੱਸੀ ਤਾਂ ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਕਹਿਣ ਲੱਗਾ ਕਿ ਇਹ ਤੁਹਾਡਾ ਵਹਿਮ ਹੈ, ਅਜਿਹਾ ਕੁਝ ਨਹੀਂ। ਰੌਸ਼ਨੀ ਦੇ ਜਾਣ ਤੋਂ ਬਾਅਦ ਉਸ ਦਾ ਕਮਰਾ ਬੰਦ ਹੈ ਅਤੇ ਉਸ ਤੋਂ ਬਾਅਦ ਉੱਥੇ ਕਿਸੇ ਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਮੈਂ ਆਪਣੀਆਂ ਅੱਖਾਂ ਨਾਲ ਕਮਰੇ ਦੀ ਜਾਂਚ ਕੀਤੀ ਹੈ, ਪਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਗੱਲ ਸੁਣ ਕੇ ਮੇਰੇ ਪਤੀ ਦੇ ਚਿਹਰੇ ਤੇ ਵੀ ਚਿੰਤਾ ਸੀ, ਪਰ ਫਿਰ ਵੀ ਮੇਰੇ ਪਤੀ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਮੈਨੂੰ ਸਮਝਾਉਣ ਤੋਂ ਬਾਅਦ ਉਹ ਸੌਂ ਗਿਆ। ਪਰ ਮੈਂ ਉਸ ਰਾਤ ਸੌਂ ਨਹੀਂ ਸਕੀ। ਕੁਝ ਦੇਰ ਬਾਅਦ ਮੈਨੂੰ ਆਪਣੇ ਕੰਨਾਂ ਵਿੱਚ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸਾਰੀ ਰਾਤ ਬੇਚੈਨੀ ਨਾਲ ਬਿਤਾਉਣ ਤੋਂ ਬਾਅਦ ਅਗਲੀ ਸਵੇਰ ਮੈਂ ਸੋਚਿਆ ਮੈਂ ਰੌਸ਼ਨੀ ਦੇ ਕਮਰੇ ਦਾ ਸਾਰਾ ਸਮਾਨ ਬਾਹਰ ਸੁੱਟ ਦਿਆਂਗੀ ਤਾਂ ਕਿ ਕਮਰਾ ਬਿਲਕੁਲ ਖਾਲੀ ਹੋ ਜਾਵੇਗਾ। ਮੈਂ ਆਪਣੀ ਇੱਕ ਗੁਆਂਢੀ ਨੂੰ ਆਪਣੇ ਘਰ ਬੁਲਾਇਆ ਜੋ ਮੇਰੀ ਬਹੁਤ ਚੰਗੀ ਦੋਸਤ ਵੀ ਬਣ ਗਈ ਸੀ। ਅਸੀਂ ਰਲ ਕੇ ਸਾਰਾ ਸਮਾਨ ਆਪਣੇ ਗੁਆਂਢੀ ਦੇ ਘਰ ਭੇਜ ਦਿੱਤਾ। ਮੈਂ ਸੋਚਿਆ ਸੀ ਕਿ ਹੁਣ ਮੈਂ ਸ਼ਾਂਤੀ ਨਾਲ ਰਹਿ ਸਕਾਂਗੀ, ਪਰ ਇਹ ਮੇਰੀ ਗਲਤਫਹਿਮੀ ਸੀ। ਉਸੇ ਰਾਤ ਮੇਰੇ ਪਤੀ ਨੂੰ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਪਿਆ, ਇਸ ਲਈ ਮੈਂ ਘਰ ਵਿੱਚ ਪੂਰੀ ਤਰ੍ਹਾਂ ਇਕੱਲੀ ਸੀ। ਪਰ ਹੁਣ ਮੈਨੂੰ ਕੋਈ ਡਰ ਨਹੀਂ ਸੀ ਕਿ ਰੌਸ਼ਨੀ ਦੇ ਕਮਰੇ ਵਿੱਚੋਂ ਕੋਈ ਆਵਾਜ਼ ਆਵੇਗੀ। ਮੈਂ ਆਪਣੇ ਲਈ ਖਾਣਾ ਬਣਾ ਕੇ ਰੌਸ਼ਨੀ ਦੇ ਕਮਰੇ ਦੇ ਕੋਲ ਤੋਂ ਜਾਣ ਲੱਗੀ। ਰੌਸ਼ਨੀ ਦੇ ਕਮਰੇ ਦੀ ਲਾਈਟ ਜੋ ਕੁਝ ਸਮੇਂ ਪਹਿਲਾਂ ਬੰਦ ਸੀ ਅਚਾਨਕ ਚਮਕਣ ਲੱਗ ਗਈ। ਇਸ ਤਰ੍ਹਾਂ ਦੇਖ ਕੇ ਮੈਂ ਪੂਰੀ ਤਰ੍ਹਾਂ ਡਰ ਗਈ। ਜਿਵੇਂ ਹੀ ਮੈਂ ਰੌਸ਼ਨੀ ਦੇ ਕਮਰੇ ਦੇ ਨੇੜੇ ਗਈ ਤਾਂ ਅਚਾਨਕ ਲਾਈਟ ਬੰਦ ਹੋ ਗਈ। ਜਿਵੇਂ ਹੀ ਮੈਂ ਡਰ ਕੇ ਰੌਸ਼ਨੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਚੀਕ ਨਿਕਲ ਗਈ, ਕਿਉਂਕਿ ਰੌਸ਼ਨੀ ਦਾ ਬੇਟਾ ਅਤੇ ਰੌਸ਼ਨੀ ਖੁਦ ਸਾਹਮਣੇ ਮੌਜੂਦ ਸਨ, ਜੋ ਕਿ ਬਹੁਤ ਬੁਰੀ ਹਾਲਤ ਵਿੱਚ ਸਨ। ਪਾਟੇ ਪੁਰਾਣੇ ਕੱਪੜਿਆਂ ਕਾਰਨ ਰੌਸ਼ਨੀ ਸਾਲਾਂ ਤੋਂ ਬਿਮਾਰ ਨਜ਼ਰ ਆ ਰਹੀ ਸੀ, ਪਰ ਉਹ ਬੁੜ-ਬੁੜ ਕਰ ਰਹੀ ਸੀ ਕਿ ਉਹ ਬੇਕਸੂਰ ਹੈ। ਤੁਸੀਂ ਮੈਨੂੰ ਤਸੀਹੇ ਦਿੱਤੇ ਹਨ, ਤੁਸੀਂ ਆਪਣੇ ਪਤੀ ਨੂੰ ਵੀ ਮੈਨੂੰ ਤਸੀਹੇ ਦੇਣ ਲਈ ਕਿਹਾ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ। ਮੈਂ ਇਹ ਦੇਖ ਕੇ ਘਰੋਂ ਬਾਹਰ ਭੱਜ ਗਈ। ਮੈਂ ਦਰਵਾਜ਼ੇ ਤੇ ਰੋਹਿਤ ਨਾਲ ਟਕਰਾ ਗਈ ਅਤੇ ਜਦੋਂ ਉਸਨੇ ਮੇਰੀ ਬੁਰੀ ਹਾਲਤ ਵੇਖੀ ਤਾਂ ਉਸਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਅਤੇ ਕਿਹਾ ਕਿ ਕੀ ਗੱਲ ਹੈ ਅਨਾਮਿਕਾ, ਤੂੰ ਇੰਨੀ ਘਬਰਾਹਟ ਵਿੱਚ ਕਿਉਂ ਹੈ? ਮੈਂ ਕਿਹਾ ਰੌਸ਼ਨੀ ਤੇ ਉਸਦਾ ਬੇਟਾ ਰੌਸ਼ਨੀ ਦੇ ਕਮਰੇ ਵਿੱਚ ਮੌਜੂਦ ਹਨ, ਉਹ ਬਹੁਤ ਬੁਰੀ ਹਾਲਤ ਵਿੱਚ ਹਨ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਇਹ ਸਭ ਤੁਹਾਡਾ ਵਹਿਮ ਹੈ ਅਤੇ ਤੁਸੀਂ ਇੰਨਾ ਕਿਉਂ ਸੋਚ ਰਹੇ ਹੋ? ਆਪਣੇ ਆਪ ਨੂੰ ਆਰਾਮ ਦਿਓ, ਅਜਿਹਾ ਕੁਝ ਨਹੀਂ ਹੈ। ਅਤੇ ਰੋਹਿਤ ਦੇ ਆਉਣ ਨਾਲ ਮੇਰਾ ਡਰ ਥੋੜਾ ਘਟ ਗਿਆ ਸੀ। ਮੈਂ ਸੋਚਿਆ ਕਿ ਇਹ ਮੇਰਾ ਵਹਿਮ ਹੋਵੇਗਾ, ਕਿਉਂਕਿ ਮੈਂ ਹਰ ਸਮੇਂ ਰੌਸ਼ਨੀ ਬਾਰੇ ਸੋਚਦੀ ਰਹਿੰਦੀ ਸੀ, ਇਸ ਲਈ ਮੈਨੂੰ ਹਰ ਪਾਸੇ ਰੌਸ਼ਨੀ ਦਿਖਾਈ ਦਿੰਦੀ ਹੈ। ਮੈਂ ਆਪਣੇ ਪਤੀ ਦੇ ਸਾਹਮਣੇ ਚੰਗੇ ਹੋਣ ਦਾ ਦਿਖਾਵਾ ਕੀਤਾ ਅਤੇ ਕਿਹਾ ਮੈਨੂੰ ਨਹੀਂ ਪਤਾ ਕਿ ਉਹ ਦੋਵੇਂ ਵਿਚਾਰੇ ਕਿਸ ਹਾਲਤ ਵਿੱਚ ਹੋਣਗੇ। ਸਾਨੂੰ ਉਹਨਾਂ ਨੂੰ ਇਸ ਤਰ੍ਹਾਂ ਘਰੋਂ ਨਹੀਂ ਕੱਢਣਾ ਚਾਹੀਦਾ ਸੀ। ਮੇਰੇ ਪਤੀ ਕਹਿਣ ਲੱਗੇ ਕਿ ਜੋ ਹੋਇਆ ਠੀਕ ਹੋਇਆ, ਹੁਣ ਇਸ ਨੂੰ ਯਾਦ ਕਰਨ ਦਾ
ਕੋਈ ਫਾਇਦਾ ਨਹੀਂ ਹੈ। ਮੇਰਾ ਪਤੀ ਮੈਨੂੰ ਦਿਲਾਸਾ ਦਿੰਦਾ ਹੋਇਆ ਕਮਰੇ ਵਿੱਚ ਲੈ ਆਇਆ, ਪਰ ਹੁਣ ਮੈਂ ਦਿਨ ਰਾਤ ਬੇਚੈਨ ਰਹਿੰਦੀ। ਇੱਕ ਦਿਨ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਰੋਸ਼ਨੀ ਤਾਂ ਬਹੁਤ ਛੋਟੀ ਸੀ, ਫਿਰ ਉਸਨੇ ਇੰਨਾ ਵੱਡਾ ਪਾਪ ਕਿਵੇਂ ਕਰ ਲਿਆ। ਮੇਰੇ ਪਤੀ ਨੇ ਕਿਹਾ ਕਿ ਇਹ ਇੱਕ ਰਾਜ ਸੀ ਅਤੇ ਮੈਂ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਕਦੇ ਨਹੀਂ ਖੁੱਲੇਗਾ। ਜਦੋਂ ਮੇਰੇ ਪਤੀ ਨੇ ਮੈਨੂੰ ਸੱਚ ਦੱਸਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਥੋੜੀ ਸ਼ਰਮ ਮਹਿਸੂਸ ਕਰਨ ਲੱਗੀ। ਰੋਸ਼ਨੀ ਨਾਲ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਪਰ ਮੈਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਭੂਆ ਵਿਚਕਾਰ ਜੋ ਕੁਝ ਦੇਖਿਆ ਸੀ ਉਸ ਦੇ ਆਧਾਰ ਤੇ ਮੈਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। ਇਸ ਨੂੰ ਭੈਣ ਭਰਾ ਅਤੇ ਨਣਦ ਦਾ ਇੱਕੋ ਜਿਹਾ ਰਿਸ਼ਤਾ ਸਮਝ ਕੇ ਮੈਂ ਆਪਣੀ ਨਣਦ ਦੇ ਤਸੱਦਦ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪਤਾ ਨਹੀਂ ਉਹ ਪਹਿਲਾਂ ਹੀ ਕਿੰਨੇ ਦਰਦ ਵਿੱਚ ਸੀ। ਉਸ ਨੂੰ ਘਰੋਂ ਬਾਹਰ ਕੱਢ ਕੇ ਮੈਂ ਉਸ ਤੇ ਹੋਰ ਵੀ ਦੁੱਖ ਪਾ ਦਿੱਤਾ ਸੀ। ਹੁਣ ਹੌਲੀ ਹੌਲੀ ਮੈਂ ਮਾਨਸਿਕ ਰੋਗੀ ਬਣਦੀ ਜਾ ਰਹੀ ਸੀ। ਲੱਗਦਾ ਸੀ ਕਿ ਮੈਂ ਪਾਗਲ ਹੋ ਜਾਵਾਂਗੀ। ਮੈਨੂੰ ਹਰ ਵੇਲੇ ਹਰ ਪਾਸੇ ਸਿਰਫ ਰੋਸ਼ਨੀ ਹੀ ਦਿਖਾਈ ਦਿੰਦੀ ਸੀ ਅਤੇ ਉਸ ਦਾ ਬੱਚਾ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਤਾਂ ਮੇਰਾ ਪਤੀ ਮੈਨੂੰ ਕਹਿੰਦਾ ਸੀ ਕਿ ਤੂੰ ਪਾਗਲ ਹੋ ਗਈ ਹੈ, ਕਿਸੇ ਚੰਗੇ ਦਿਮਾਗ ਵਾਲੇ ਡਾਕਟਰ ਤੋਂ ਆਪਣਾ ਇਲਾਜ ਕਰਵਾ ਲੈ। ਹੁਣ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਮੈਂ ਆਪ ਵੀ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ ਅਤੇ ਫਿਰ ਇੱਕ ਦਿਨ ਮੇਰਾ ਪਤੀ ਮੈਨੂੰ ਡਾਕਟਰ ਕੋਲ ਲੈ ਗਿਆ ਅਤੇ ਮੇਰਾ ਇਲਾਜ ਸ਼ੁਰੂ ਹੋ ਗਿਆ। ਮੈਂ ਮੰਜੇ ਤੇ ਲੇਟੀ ਹੋਈ ਇੱਕ ਮਸ਼ੀਨ ਵਿੱਚ ਪਈ ਸੀ ਜਦੋਂ ਰੋਹਿਤ ਮੇਰੇ ਕੋਲ ਆਇਆ ਅਤੇ ਪੁੱਛਿਆ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਲਾਚਾਰੀ ਮਨੁੱਖ ਨੂੰ ਕਿਸੇ ਵੀ ਚੀਜ਼ ਦੇ ਯੋਗ ਨਹੀਂ ਛੱਡਦੀ। ਕੀ ਮੈਂ ਸੱਚ ਕਹਿ ਰਿਹਾ ਹਾਂ? ਮੈਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਆਪਣੇ ਪਤੀ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੀ ਕਿ ਅਜਿਹਾ ਸਵਾਲ ਪੁੱਛਣ ਦਾ ਉਸ ਦਾ ਕੀ ਮਕਸਦ ਸੀ। ਉਹ ਉੱਚੀ ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ, ਜੇ ਮੈਨੂੰ ਆਪਣੀ ਭੈਣ ਬਾਰੇ ਸੱਚਾਈ ਪਹਿਲਾਂ ਪਤਾ ਲੱਗ ਜਾਂਦੀ ਤਾਂ ਮੈਂ ਤੇਰੇ ਵਰਗੀ ਧੋਖੇਬਾਜ਼ ਔਰਤ ਦੀਆਂ ਗੱਲਾਂ ਵਿੱਚ ਕਦੇ ਨਾ ਆਉਂਦਾ। ਮੈਂ ਆਪਣੇ ਪਤੀ ਦੀਆਂ ਗੱਲਾਂ ਦੇ ਤਰੀਕੇ ਤੋਂ ਹੈਰਾਨ ਸੀ। ਮੇਰੇ ਪਤੀ ਨੇ ਮੇਰੇ ਨਾਲ ਇਸ ਤਰ੍ਹਾਂ ਕਦੇ ਗੱਲ ਨਹੀਂ ਕੀਤੀ ਸੀ। ਉਹ ਹਮੇਸ਼ਾ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ ਸੀ। ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਕੀ ਹੋਇਆ, ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ? ਉਸਨੇ ਕਿਹਾ, ਤੁਸੀਂ ਇੰਜ ਕਹਿ ਰਹੇ ਹੋ ਜਿਵੇਂ ਤੁਹਾਨੂੰ ਕੁਝ ਪਤਾ ਨਾ ਹੋਵੇ। ਮੇਰੇ ਪਤੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਸਾਡੇ ਘਰ ਕਿਸ ਮਕਸਦ ਲਈ ਆਏ ਹੋ, ਪਰ ਮੈਂ ਇਹ ਜਾਣਦੀ ਹਾਂ ਕਿ ਤੁਹਾਡੇ ਕਾਰਨ ਸਾਡਾ ਸਾਰਾ ਘਰ ਬਰਬਾਦ ਹੋ ਗਿਆ ਹੈ। ਜਦੋਂ ਤੋਂ ਤੂੰ ਸਾਡੇ ਘਰ ਆਈ ਹੈ ਸਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਬਜ਼ੁਰਗਾਂ ਦੀ ਗੱਲ ਬਿਲਕੁਲ ਸਹੀ ਹੈ ਜੋ ਉਹ ਕਹਿੰਦੇ ਹਨ ਕਿ ਘਰ ਨੂੰ ਔਰਤ ਹੀ ਬਣਾ ਸਕਦੀ ਹੈ ਅਤੇ ਔਰਤ ਹੀ ਘਰ ਨੂੰ ਤਬਾਹ ਕਰ ਸਕਦੀ ਹੈ। ਤੁਸੀਂ ਮੇਰੇ ਅੰਦਰ ਮੇਰੀ ਭੈਣ ਪ੍ਰਤੀ ਨਫ਼ਰਤ ਭਰੀ ਤਾਂ ਜੋ ਮੈਂ ਮੇਰੀ ਭੈਣ ਤੇ ਤਸੱਦਦ ਕਰਾਂ ਅਤੇ ਇਹੀ ਮੈਂ ਕੀਤਾ। ਜੇ ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਮੈਨੂੰ ਸੱਚ ਨਾ ਦੱਸਿਆ ਹੁੰਦਾ ਤਾਂ ਮੈਂ ਅੱਜ ਵੀ ਤੁਹਾਡੀਆਂ ਗੱਲਾਂ ਤੋਂ ਧੋਖਾ ਖਾ ਜਾਂਦਾ। ਇਹ ਰੱਬ ਦੀ ਮਿਹਰ ਹੈ ਕਿ ਸਮਾਂ ਰਹਿੰਦੇ ਹੀ ਮੈਨੂੰ ਸੱਚ ਪਤਾ ਲੱਗ ਗਿਆ। ਪਤੀ ਦੀਆਂ ਗੱਲਾਂ ਸੁਣ ਕੇ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ। ਮੇਰਾ ਦਿਲ ਘਬਰਾਉਣ ਲੱਗਾ। ਜਦੋਂ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਰੋਸ਼ਨੀ ਦਾ ਕੋਈ ਕਸੂਰ ਨਹੀਂ ਹੈ ਤਾਂ ਰੋਹਿਤ ਨੇ ਆਪਣੇ ਅੱਖਾਂ ਦੇ ਹੰਝੂ ਪੂੰਝਦੇ ਹੋਏ ਕਿਹਾ ਕਿ ਮੇਰੀ ਭੈਣ ਬਿਲਕੁਲ ਪਵਿੱਤਰ ਸੀ। ਇਹ ਅਪਰਾਧ ਉਸ ਨਾਲ ਹੋਇਆ, ਪਰ ਬਦਨਾਮੀ ਤੋਂ ਬਚਣ ਲਈ ਉਹ ਇਕੱਲੀ ਹੀ ਸਭ ਕੁਝ ਝੱਲਦੀ ਰਹੀ। ਮੈਂ ਹੈਰਾਨੀ ਨਾਲ ਆਪਣੇ ਪਤੀ ਵੱਲ ਦੇਖ ਰਹੀ ਸੀ ਅਤੇ ਉਸ ਦੀਆਂ ਗੱਲਾਂ ਸੁਣ ਰਹੀ ਸੀ, ਪਰ ਰੋਸ਼ਨੀ ਦੇ ਅਸਲੀਅਤ ਜਾਣ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ। ਮੇਰੇ ਪਤੀ ਨੇ ਦੱਸਿਆ ਕਿ ਰੋਸ਼ਨੀ ਬਹੁਤ ਸਮਝਦਾਰ ਕੁੜੀ ਸੀ। ਉਹ ਪੜ੍ਹਾਈ ਵਿੱਚ ਹਮੇਸ਼ਾ ਅੱਵਲ ਆਉਂਦੀ ਸੀ। ਵੱਡੇ ਪ੍ਰੋਫੈਸਰ ਦਾ ਮੁੰਡਾ ਹਰ ਸਾਲ ਫੇਲ ਹੋ ਜਾਂਦਾ ਸੀ। ਪ੍ਰੋਫੈਸਰ ਨੂੰ ਇੱਕ ਪਿਤਾ ਬਰਾਬਰ ਸਮਝਿਆ ਜਾਂਦਾ ਹੈ, ਜਿਸ ਨੂੰ ਅਸਲੀ ਪਿਤਾ ਨਾਲੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ, ਪਰ ਕਈ ਵਾਰ ਉਹ ਆਪਣੀ ਮਹੱਤਤਾ ਭੁੱਲ ਜਾਂਦਾ ਹੈ ਅਤੇ ਇਨਸਾਨੀਅਤ ਤੋਂ ਡਿੱਗ ਜਾਂਦਾ ਹੈ। ਰੋਸ਼ਨੀ ਬਹੁਤ ਮਾਸੂਮ ਸੀ, ਪਰ ਉਸ ਦੇ ਪ੍ਰੋਫੈਸਰ ਨੇ ਉਸ ਨੂੰ ਬਾਰ-ਬਾਰ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਰੋਸ਼ਨੀ ਨੇ ਇਸ ਵਿਰੁੱਧ ਆਵਾਜ਼ ਉਠਾਉਣੀ ਚਾਹੀ ਤਾਂ ਉਸ ਦੇ ਪ੍ਰੋਫੈਸਰ ਨੇ ਉਸ ਦੀ ਆਵਾਜ਼ ਹਮੇਸ਼ਾ ਲਈ ਬੰਦ ਕਰ ਦਿੱਤੀ। ਪ੍ਰੋਫੈਸਰ ਨੇ ਰੋਸ਼ਨੀ ਦੀ ਇੱਜ਼ਤ ਨੂੰ ਲਤਾੜ ਦਿੱਤਾ, ਪਰ ਰੋਸ਼ਨੀ ਨੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਕਿਸੇ ਨੂੰ ਕੁਝ ਨਹੀਂ ਦੱਸਿਆ। ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸਨੇ ਸਾਰੀ ਸੱਚਾਈ ਆਪਣੀ ਮਾਂ ਨੂੰ ਦੱਸ ਦਿੱਤੀ। ਉਹ ਬੱਚੇ ਦਾ ਗਰਭਪਾਤ ਕਰਵਾਉਣਾ ਚਾਹੁੰਦੀ ਸੀ, ਪਰ ਡਾਕਟਰ ਨੇ ਬੱਚੇ ਨੂੰ ਗਰਭਪਾਤ ਕਰਨ ਨੂੰ ਰਿਸਕ ਦੱਸਿਆ।
ਅਜਿਹਾ ਕਰਨ ਨਾਲ ਰੋਸ਼ਨੀ ਦੀ ਜਾਨ ਵੀ ਜਾ ਸਕਦੀ ਸੀ, ਕਿਉਂਕਿ ਰੋਸ਼ਨੀ ਉਸ ਸਮੇਂ ਬਹੁਤ ਛੋਟੀ ਸੀ। ਮੇਰੀ ਮਾਂ ਨੇ ਰੋਸ਼ਨੀ ਦੇ ਸਕੂਲ ਤੇ ਪ੍ਰੋਫੈਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਹ ਆਪਣੇ ਪਰਿਵਾਰ ਸਮੇਤ ਇਹ ਦੇਸ਼ ਛੱਡ ਗਿਆ ਸੀ। ਉਸ ਸਮੇਂ ਮੇਰੀ ਭੈਣ ਤੇ ਦੁੱਖਾਂ ਦਾ ਪਹਾੜ ਟੁੱਟ ਰਹੇ ਸਨ। ਉਹ ਨਿੱਕੀ ਜਿਹੀ ਜਾਨ ਆਪਣੇ ਤੇ ਇੰਨੇ ਵੱਡੇ ਦੁੱਖ ਝੱਲ ਰਹੀ ਸੀ। ਤੁਸੀਂ ਮੈਨੂੰ ਇਸ ਮੁੱਦੇ ਤੇ ਭੜਕਾ ਰਹੇ ਸੀ ਅਤੇ ਮੇਰੇ ਮਨ ਵਿੱਚ ਤੁਸੀਂ ਮੇਰੀ ਆਪਣੀ ਭੈਣ ਦੇ ਖਿਲਾਫ ਨਫ਼ਰਤ ਭਰ ਰਹੀ। ਪਰ ਮਾਂ ਦੇ ਮਰਨ ਤੋਂ ਪਹਿਲਾਂ ਮੇਰੀ ਮਾਂ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਜਦੋਂ ਤੁਸੀਂ ਮੇਰੀ ਭੈਣ ਨੂੰ ਘਰੋਂ ਬਾਹਰ ਕੱਢਿਆ ਸੀ, ਮੈਂ ਉਸ ਨੂੰ ਵਾਪਸ ਲੈ ਆਇਆ ਅਤੇ ਉਸ ਨੂੰ ਕਮਰੇ ਦੇ ਬੇਸਮੈਂਟ ਵਿੱਚ ਛੱਡ ਦਿੱਤਾ। ਮੈਂ ਹਰ ਰੋਜ਼ ਉਸ ਨੂੰ ਮਿਲਣ ਲਈ ਉੱਥੇ ਜਾਂਦਾ ਸੀ। ਫਿਰ ਮੈਂ ਅਤੇ ਰੋਸ਼ਨੀ ਨੇ ਮਿਲ ਕੇ ਫੈਸਲਾ ਕੀਤਾ ਕਿ ਤੁਹਾਨੂੰ ਇੰਨਾ ਡਰਾਉਣਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਓ, ਅਤੇ ਉਹਨਾਂ ਦੋਵਾਂ ਨੇ ਜੋ ਸੋਚਿਆ ਸੀ ਉਹ ਸੱਚ ਹੋ ਗਿਆ। ਮੈਂ ਮਾਨਸਿਕ ਰੋਗੀ ਬਣ ਗਈ ਸੀ। ਹੁਣ ਮੈਂ ਬਹੁਤ ਸ਼ਰਮਿੰਦਾ ਸੀ। ਮੈਂ ਆਪਣੇ ਪਤੀ ਤੋਂ ਮਾਫ਼ੀ ਮੰਗ ਰਹੀ ਸੀ, ਪਰ ਉਸ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੈਨੂੰ ਛੱਡ ਦਿੱਤਾ। ਹੁਣ ਜਦੋਂ ਮੈਂ ਆਪਣੇ ਪੇਕੇ ਘਰ ਆਈ ਤਾਂ ਉੱਥੋਂ ਦੇ ਲੋਕਾਂ ਨੇ ਮੇਰਾ ਜਿਉਣਾ ਦੁੱਭਰ ਕਰ ਦਿੱਤਾ। ਹਰ ਕੋਈ ਮੇਰੇ ਤੇ ਹਰ ਤਰ੍ਹਾਂ ਦੇ ਦੋਸ਼ ਲਾਉਂਦਾ ਸੀ ਅਤੇ ਕਹਿੰਦਾ ਸੀ ਕਿ ਉਹ ਤਲਾਕ ਲੈ ਕੇ ਆਈ ਹੈ, ਤੇ ਕੋਈ ਮੇਰੇ ਚਰਿੱਤਰ ਤੇ ਉਂਗਲ ਉਠਾਉਂਦਾ ਤਾਂ ਮੇਰੀ ਮਾਂ ਨੇ ਮੈਨੂੰ ਸਾਰਿਆਂ ਦੀ ਗੱਲ ਤੋਂ ਬਚਾਇਆ। ਪਰ ਲੋਕਾਂ ਦੀਆਂ ਜ਼ੁਬਾਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਹੁਣ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਦੇ ਚਰਿੱਤਰ ਨੂੰ ਬਦਨਾਮ ਕਰਨਾ ਬਹੁਤ ਆਸਾਨ ਹੈ, ਪਰ ਜਦੋਂ ਕੋਈ ਵਿਅਕਤੀ ਕਿਸੇ ਦੇ ਚਿੱਕੜ ਸੁੱਟਣਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਤੇ ਵੀ ਚਿੱਕੜ ਤੇ ਛਿੱਟੇ ਜ਼ਰੂਰ ਪਾ ਲੈਂਦਾ ਹੈ। ਮੈਂ ਚੁੱਪਚਾਪ ਸਭ ਕੁਝ ਬਰਦਾਸ਼ਤ ਕੀਤਾ, ਕਿਉਂਕਿ ਇਹ ਸਭ ਕੁਝ ਮੇਰਾ ਕੀਤਾ ਕਰਾਇਆ ਸੀ। ਅਸੀਂ ਉਹੀ ਵੱਢਦੇ ਹਾਂ ਜੋ ਬੀਜਦੇ ਹਾਂ। ਮੇਰੀ ਭੂਆ, ਜਿਸ ਨੇ ਮੇਰੀ ਮਾਂ ਦੀਆਂ ਤਕਲੀਫਾਂ ਵਧਾ ਦਿੱਤੀਆਂ ਸਨ, ਅੱਜ ਮੰਜੇ ਤੇ ਪਈ ਸੀ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਜਿਸ ਕਾਰਨ ਉਸ ਦਾ ਸਾਰਾ ਸਰੀਰ ਬੇਕਾਰ ਹੋ ਗਿਆ ਸੀ। ਉਹ ਹਿੱਲ ਵੀ ਨਹੀਂ ਸਕਦੀ ਸੀ। ਮੰਜੇ ਤੇ ਪਏ ਉਸ ਦੇ ਸਰੀਰ ਦੇ ਛਾਲੇ ਬਣ ਗਏ ਸਨ, ਅਤੇ ਜਦੋਂ ਮੈਂ ਆਪਣੀ ਭੂਆ ਕੋਲ ਗਈ ਤਾਂ ਉਸ ਨੇ ਮੈਨੂੰ ਕੁਝ ਕਹਿਣਾ ਚਾਹਿਆ, ਪਰ ਉਹ ਠੀਕ ਤਰ੍ਹਾਂ ਨਾਲ ਬੋਲ ਨਾ ਸਕੀ, ਪਰ ਆਪਣੇ ਕੰਮ ਦੇ ਹੱਥਾਂ ਨਾਲ ਹੱਥ ਜੋੜ ਕੇ ਮਾਫ਼ੀ ਮੰਗ ਰਹੀ ਸੀ। ਮੇਰੇ ਲਈ ਉਸ ਨੂੰ ਬੋਲਣਾ ਬਹੁਤ ਔਖਾ ਲੱਗ ਰਿਹਾ ਸੀ, ਪਰ ਉਸਨੇ ਟੁੱਟੇ ਭੱਜੇ ਲਫ਼ਜ਼ਾਂ ਵਿੱਚ ਮੇਰੇ ਸਾਹਮਣੇ ਇਕਬਾਲ ਕੀਤਾ ਕਿ ਮੈਂ ਜਾਣ ਬੁੱਝ ਕੇ ਤੈਨੂੰ ਇਸ ਤਰ੍ਹਾਂ ਪਾਲਿਆ ਸੀ ਕਿ ਤੇਰੇ ਦਿਲ ਵਿੱਚ ਲੋਕਾਂ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ, ਅਤੇ ਮੈਂ ਇਹ ਸਭ ਕੁਝ ਈਰਖਾ ਕਰਕੇ ਕੀਤਾ ਸੀ, ਕਿਉਂਕਿ ਹਰ ਕੋਈ ਤੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਹਰ ਕੋਈ ਉਸ ਦੀ ਬਹੁਤ ਇੱਜ਼ਤ ਕਰਦਾ ਸੀ। ਮੈਨੂੰ ਆਪਣੀ ਭੂਆ ਨਾਲ ਬਹੁਤ ਗੁੱਸਾ ਸੀ, ਜਿਸ ਨੇ ਮੇਰੀ ਸਾਰੀ ਸ਼ਖਸੀਅਤ ਵਿਗਾੜ ਦਿੱਤੀ ਸੀ, ਪਰ ਉਹ ਇਸ ਹਾਲਤ ਵਿੱਚ ਸੀ। ਉਸ ਦੀ ਜ਼ਿੰਦਗੀ ਅਤੇ ਮੌਤ ਦਾ ਕੋਈ ਭਰੋਸਾ ਨਹੀਂ ਸੀ। ਉਦੋਂ ਹੀ ਮੈਂ ਭੂਆ ਨੂੰ ਸੱਚੇ ਮਨ ਨਾਲ ਮਾਫ਼ ਕਰ ਦਿੱਤਾ, ਪਰ ਅਗਲੇ ਦਿਨ ਮੇਰੇ ਉੱਤੇ ਆਫਤ ਆ ਗਈ। ਜਦੋਂ ਮੈਂ ਭੂਆ ਦੇ ਕਮਰੇ ਵਿੱਚ ਗਈ ਤਾਂ ਭੂਆ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਜਿਵੇਂ ਹੀ ਮੈਂ ਭੂਆ ਨੂੰ ਹਿਲਾਇਆ, ਭੂਆ ਦਾ ਸਾਰਾ ਸਰੀਰ ਠੰਡਾ ਹੋ ਗਿਆ ਸੀ। ਮੇਰੀ ਚੀਖ ਸਾਰੇ ਘਰ ਵਿੱਚ ਗੂੰਜ ਗਈ। ਮੇਰੀ ਭੂਆ ਇਸ ਦੁਨੀਆ ਵਿੱਚ ਨਹੀਂ ਰਹੀ। ਉਹ ਜੋ ਵੀ ਸੀ ਉਸਨੇ ਹੀ ਮੈਨੂੰ ਪਾਲਿਆ ਸੀ। ਉਸਨੇ ਮੇਰੇ ਨਾਲ ਜੋ ਵੀ ਕੀਤਾ, ਮੈਂ ਉਸ ਨਾਲ ਬਿਤਾਇਆ ਸਮਾਂ ਨਹੀਂ ਭੁੱਲ ਸਕਦੀ। ਸਾਡੇ ਘਰ ਰੌਲਾ ਪੈ ਗਿਆ। ਭੂਆ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਚੁੱਪ ਹੋ ਗਈ। ਮੈਂ ਹੱਥ ਜੋੜ ਕੇ ਮਾਂ ਨੂੰ ਭੂਆ ਨੂੰ ਦਿਲੋਂ ਮਾਫ਼ ਕਰਨ ਲਈ ਕਿਹਾ ਤਾਂ ਮੈਂ ਅਚਾਨਕ ਘਬਰਾਹਟ ਵਿੱਚ ਡਿੱਗ ਪਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ। ਮੈਂ ਆਲੇ ਦੁਆਲੇ ਦੇਖਿਆ ਤਾਂ ਮੇਰੇ ਕੋਲ ਹੀ ਮੇਰੀ ਨਣਦ ਰੋਸ਼ਨੀ ਅਤੇ ਮੇਰਾ ਪਤੀ ਖੜੇ ਸਨ। ਜਦੋਂ ਮੈਂ ਉਹਨਾਂ ਦੋਹਾਂ ਵੱਲ ਦੇਖਿਆ ਤਾਂ ਰੋਸ਼ਨੀ ਮੁਸਕਰਾਉਂਦੀ ਹੋਈ ਮੇਰੇ ਕੋਲ ਆਈ ਤੇ ਬੋਲੀ, ਭਾਬੀ ਵਧਾਈ ਹੋਵੇ, ਮੈਂ ਭੂਆ ਬਣਨ ਜਾ ਰਹੀ ਹਾਂ। ਇਹ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਫੁੱਟ ਕੇ ਰੋਣ ਲੱਗ ਪਈ ਅਤੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ। ਮੈਂ ਹੱਥ ਜੋੜ ਕੇ ਰੋਸ਼ਨੀ ਤੋਂ ਮਾਫ਼ੀ ਮੰਗੀ ਅਤੇ ਉਸ ਨੂੰ ਮਾਫ਼ ਕਰਨ ਲਈ ਕਿਹਾ। ਜਦੋਂ ਮੈਂ ਆਪਣੇ ਪਤੀ ਤੋਂ ਮਾਫ਼ੀ ਮੰਗੀ ਤਾਂ ਉਸਨੇ ਵੀ ਮੈਨੂੰ ਸੱਚੇ ਮਨ ਨਾਲ ਮਾਫ਼ ਕਰ ਦਿੱਤਾ ਅਤੇ ਦੱਸਿਆ ਕਿ ਤੁਸੀਂ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਦਿੱਤੀ ਹੈ। ਮੈਂ ਹੁਣ ਤੁਹਾਡੇ ਨਾਲ ਗੁੱਸੇ ਨਹੀਂ ਰਹਿ ਸਕਦਾ। ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ, ਇਹ ਮੇਰੇ ਲਈ ਕਾਫੀ ਹੈ। ਮੈਂ ਉਹਨਾਂ ਦੋਹਾਂ ਭੈਣ ਭਰਾਵਾਂ ਦੇ ਵੱਡੇ ਦਿਲ ਦੇਖ ਕੇ ਹੈਰਾਨ ਸੀ। ਕੁਝ ਸਮੇਂ ਬਾਅਦ ਰੱਬ ਨੇ ਮੈਨੂੰ ਇੱਕ ਪਿਆਰੀ ਧੀ ਦਿੱਤੀ। ਮੈਂ ਜੀਨਤ ਨੂੰ ਆਪਣੀ ਨਣਦ ਦੀ ਗੋਦੀ ਵਿੱਚ ਬਿਠਾ ਕੇ ਕਿਹਾ ਕਿ ਅੱਜ ਤੋਂ ਉਹ ਤੁਹਾਡੀ ਧੀ ਹੈ। ਇਸ ਦੀ ਸਿੱਖਿਆ ਅਤੇ ਪਰਵਰਿਸ਼ ਸਭ ਕੁਝ ਤੁਹਾਡੀ ਜ਼ਿੰਮੇਵਾਰੀ ਹੈ। ਮੇਰੀ ਨਣਦ ਬਹੁਤ ਖੁਸ਼ ਹੋਈ ਅਤੇ ਫਿਰ ਮੇਰੀ ਧੀ ਦਾ ਪਾਲਣ ਪੋਸ਼ਣ ਆਪਣੇ ਬੇਟੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਸ ਦੇ ਪਾਲਣ ਪੋਸ਼ਣ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਈ। ਉਸਨੇ ਮੇਰੀ ਧੀ ਨੂੰ ਆਪਣੀਆਂ ਧੀਆਂ ਵਾਂਗ ਪਾਲਿਆ। ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੀ ਸੀ, ਕਿਉਂਕਿ ਮੇਰਾ ਪਾਲਣ ਪੋਸ਼ਣ ਗਲਤ ਹੱਥਾਂ ਵਿੱਚ ਹੋਇਆ ਸੀ। ਉਹਨਾਂ ਹੱਥਾਂ ਦਾ ਅਸਰ ਅਜੇ ਵੀ ਮੇਰੇ ਉੱਤੇ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਕੋਈ ਬੁਰਾ ਅਸਰ ਮੇਰੀ ਧੀ ਤੇ ਪਵੇ।
ਉਦੋਂ ਹੀ ਮੈਂ ਆਪਣੀ ਧੀ ਨੂੰ ਆਪਣੀ ਨਣਦ ਦੇ ਹਵਾਲੇ ਕਰ ਦਿੱਤਾ ਸੀ। ਅੱਜ ਮੇਰੀ ਬੇਟੀ ਦੀ ਉਮਰ 15 ਸਾਲ ਹੈ ਅਤੇ ਰੋਸ਼ਨੀ ਦਾ ਬੇਟਾ 16 ਸਾਲ ਦਾ ਹੈ ਅਤੇ ਰੋਸ਼ਨੀ ਦੀ ਉਮਰ 30 ਸਾਲ ਹੈ। ਹੁਣ ਤੱਕ ਰੋਸ਼ਨੀ ਜਿੱਦ ਕਰ ਰਹੀ ਸੀ ਕਿ ਮੈਂ ਵਿਆਹ ਨਹੀਂ ਕਰਾਂਗੀ, ਪਰ ਆਖਰ ਮੈਂ ਉਸ ਨੂੰ ਵਿਆਹ ਕਰਨ ਲਈ ਮਨਾ ਲਿਆ ਅਤੇ ਉਸ ਨੂੰ ਇੱਕ ਬਹੁਤ ਹੀ ਚੰਗਾ ਲੜਕਾ ਮਿਲਿਆ ਅਤੇ ਉਸਨੇ ਉਸ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਆਪਣੇ ਜਵਾਈ ਵਜੋਂ ਘਰ ਵਿੱਚ ਰੱਖਿਆ। ਮੈਂ ਰੋਸ਼ਨੀ ਦੇ ਪਤੀ ਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ। ਰੋਸ਼ਨੀ ਦੇ ਪਤੀ ਦੀ ਉਮਰ ਵੀ 40 ਸਾਲ ਹੈ। ਉਹ ਬਹੁਤ ਗਰੀਬ ਸੀ ਅਤੇ ਅਜੇ ਵਿਆਹਿਆ ਨਹੀਂ ਸੀ। ਉਸਨੇ ਖੁਸ਼ੀ-ਖੁਸ਼ੀ ਰੋਸ਼ਨੀ ਨੂੰ ਸਵੀਕਾਰ ਕਰ ਲਿਆ ਅਤੇ ਹੁਣ ਉਹ ਰੋਸ਼ਨੀ ਨੂੰ ਬਹੁਤ ਖੁਸ਼ ਰੱਖਦਾ ਹੈ, ਉਸ ਦਾ ਬਹੁਤ ਖਿਆਲ ਰੱਖਦਾ ਹੈ। ਮੈਂ ਵੀ ਰੋਸ਼ਨੀ ਨੂੰ ਖੁਸ਼ ਦੇਖ ਕੇ ਅੰਦਰੋਂ ਬਹੁਤ ਰਾਹਤ ਮਹਿਸੂਸ ਕਰਦੀ ਹਾਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੀ ਕਹਾਣੀ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।